ਵਾਇਸ ਆਫ ਇੰਡੀਆ ਤੋਂ ਆਪ ਸਾਰਿਆਂ ਦਾ ਹਾਰਦਿਕ ਸਵਾਗਤ ਹੈ ਜੀ। ਮੈਂ ਤੁਹਾਡਾ ਹੋਸਟ ਐਮਪੀ ਸਿੰਘ ਤੇ ਮੇਰੇ ਨਾਲ ਸਾਡੇ ਸੀਨੀਅਰ ਹੋਸਟ ਯੋਗਰਾਹੀ ਗੁਪਤਾ ਜੀ ਔਰ ਹਰਪ੍ਰੀਤ ਜਵੰਦਾ ਜੀ ਹਾਜ਼ਰ ਨੇ। ਤੁਹਾਡਾ ਦੋਨਾਂ ਦਾ ਬਹੁਤ ਬਹੁਤ ਸ਼ੁਕਰੀਆ ਜੀ, ਮਿਹਰਬਾਨੀ ਜੀ ਆਇਆਂ ਨੂੰ। ਥੈਂਕ ਯੂ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਅਸੀਂ ਜਿਵੇਂ ਆਲਵੇਜ਼ ਹੀ ਗੁਪਤਾ ਜੀ ਦੇ ਸ਼ੇਅਰਾਂ ਨਾਲ ਕਰਦੇ ਹਾਂ। ਗੁਪਤਾ ਜੀ ਖੂਬਸੂਰਤ ਸ਼ੇਰ ਸੁਣਾਓ, ਫਿਰ ਗੱਲ ਬੜੀ ਗੰਭੀਰ ਕਰਨੀ, ਬੇਸ਼ੱਕ ਗੰਭीर सुना दो। बरसों वो मुझसे दूर, मुझसे खफा रहा, लेकिन मेरे वजूद की दीमक बना रहा। वो शख्स अजनबी तो नहीं, अब दोस्त भी नहीं, कल जब मिला बस देर तक देखता रहा। क्या बात है, बहुत खूबसूरत शेर। ਗੱਲ ਇਹਦੇ ਨਾਲ ਜੁੜਦੀ ਅਸੀਂ ਕਰਨ ਲੱਗੇ ਜੀ। अच्छा जी। ਜੁੜਦੀ ਗੱਲ ਇਹ ਹੈ ਕਿ ਰਾਜਨੀਤੀ ਵਿੱਚ ਇਨਟੋਲਰੈਂਸ ਬਹੁਤ ਹੈ ਗੁਪਤਾ ਜੀ। ਰਾਜਨੀਤੀ ਡਜ਼ਨਟ ਮੈਟਰ ਅਮਰੀਕਾ ਦੀ ਹੈ, ਕੈਨੇਡਾ ਦੀ ਹੈ ਜਾਂ ਫਿਰ ਇੰਡੀਆ ਪਾਕਿਸਤਾਨ ਦੀ ਹੈ, ਸਾਰੇ ਵਰਲਡ ਦੇ ਵਿੱਚ ਸਿਆਸਤ ਜਿਹੜੀ ਆ ਉਹ ਇਸ ਤਰੀਕੇ ਦੇ ਨਾਲ ਕੰਮ ਕਰਨ ਲੱਗ ਪਈ ਹੈ ਕਿ ਇੱਕ ਦੂਜੇ ਦੀ ਗੱਲ ਸੁਣਨ ਨੂੰ ਰਾਜੀ ਨਹੀਂ ਕੋਈ। ਟੋਲਰੈਂਸ ਨਹੀਂ ਹੈ। ਟੋਲਰੈਂਸ ਚਲੋ ਆਪਣੇ ਇੱਕ ਛੋਟਾ ਸ਼ਬਦ ਵਰਤ ਲਿਆ, ਉਹਨੂੰ ਅੰਗਰੇਜ਼ੀ ਦਾ ਲਫ਼ਜ਼ ਟੋਲਰੈਂਸ। ਦੂਜਾ ਗੱਲ ਕਰ ਕਿਵੇਂ ਜਾਵੇ, ਅਸੀਂ ਸਿਰ ਪੜ੍ਹਨ ਨੂੰ ਜਾਂਦੇ। ਇਹ ਰਾਜਨੀਤਿਕ ਪਾਰਟੀਆਂ ਜਿਹੜੀਆਂ ਇਹਨਾਂ ਦਾ ਮੋਟਿਵ ਕੀ ਹੁੰਦਾ ਕਿ ਇਹ ਸਿਆਸਤ ਜਿਹੜੀ ਆ ਉਹਨਾਂ ਦੀ ਲੋਕਾਂ ਦੇ ਪ੍ਰਤੀ ਕੋਈ ਚੰਗੀ ਭਾਵਨਾ ਵਾਲੀ ਹੋਣੀ ਚਾਹੀਦੀ ਜਾਂ ਹੁੰਦੀ ਹੈ, ਜਾਂ ਫਿਰ ਲੋਕਾਂ ਨੂੰ ਵੱਧ ਤੋਂ ਵੱਧ ਮੂਰਖ ਬਣਾ ਕੇ ਤੇ ਆਪਣੀਆਂ ਸਿਆਸੀ ਰੋਟੀਆਂ सेकने की गल। मैं ये समझता हूँ जहाँ जमहूरियत होगी वहाँ डिफरेंस ऑफ ओपिनियन तो हो ही सकता है, वो जायज़ है ना। हाँ जी, कुछ हद तक डिफरेंस ऑफ ओपिनियन जायज़ है। हाँ जी, हाँ जी। लेकिन तो उसको एक्सप्रेस कैसे करें। ਜਵੰਦਾ ਜੀ ਤੁਸੀਂ ਮੇਰੇ ਨਾਲ ਸਹਿਮਤ ਹੋਵੋਗੇ ਕਿ ਜਦੋਂ ਆਪਾਂ ਇਨਟੋਲਰੈਂਸ ਦੀ ਗੱਲ ਕਰ ਰਹੇ ਹਾਂ, ਪੋਲੀਟੀਕਲ ਇਨਟੋਲਰੈਂਸ ਦੀ ਗੱਲ ਕਰਦੇ ਹਾਂ, ਤੇ ਇੱਕ ਲੀਡਰ ਬਿਆਨ ਦਿੰਦਾ ਹੈਗਾ, ਦੂਜਾ ਤਾਂ ਉਹ ਉਸ ਤੋਂ ਜਿੱਦਾਂ ਵੱਧ ਪਾਵਰਫੁਲ। ਉਹ ਰਮਾਇਣ ਦਾ ਨਾਟਕ ਨਹੀਂ ਸੀ ਵੇਖਦੇ ਹੁੰਦੇ ਟੀਵੀ ਤੇ, ਵੀ ਇੱਕ ਪਾਸਿਓਂ ਕਿਸੇ ਰਾਵਣ ਦੀ ਸੈਨਾ ਨੇ ਜੇ ਕੋਈ ਅਸਤਰ ਛੱਡਿਆ ਤੇ ਉਹ ਘੁੰਮਦਾ ਅਸਮਾਨ 'ਚ ਜਾਂਦਾ, ਕਦੇ ਚਿੰਗਾੜੇ ਨਿਕਲਦੇ ਆ, ਕਿਤੇ ਉਹ ਲਾਈਟਾਂ ਨਿਕਲਦੀਆਂ। ਦੂਜੇ ਪਾਸੇ ਰਾਮਚੰਦਰ ਦੀ ਸੈਨਾ ਜਿਹੜੀ ਹੈਗੀ ਆ ਉਹ ਕੋਈ ਇੱਥਾਂ ਦਾ ਹਥਿਆਰ ਕਾਊਂਟਰ ਕਰਦੇ ਆ, ਉਹ ਵੀ ਘੁੰਮਦਾ ਜਾਂਦਾ। ਉਹਦੇ ਵਿੱਚ ਹੋਰ ਜ਼ਿਆਦਾ ਅੰਗਿਆਰੇ ਹੁੰਦੇ ਆ, ਹੋਰ ਜ਼ਿਆਦਾ ਤਾਕਤ ਹੁੰਦੀ ਹੈ, ਫਿਰ ਉਹਨੂੰ ਰੋਕਦਾ। ਮਤਲਬ ਕੋਸ਼ਿਸ਼ ਇਹਨਾਂ ਦੀ ਇਹ ਹੁੰਦੀ ਹੈ ਕਿ ਜਿਹੜੀ ਗੱਲ ਉਹਨੇ ਕੀਤੀ ਹੈ ਉਹਨੂੰ ਕੱਟਣਾ ਜ਼ਰੂਰ ਹੈ, ਔਰ ਉਦੋਂ ਵੱਧ ਜਿਹੜੀ ਆ ਗੱਲ ਤਿੱਖੀ ਕਰਨੀ। ਇਹ ਇੱਕ ਰਾਜਨੀਤੀ ਦਾ ਇੱਕ ਇੱਦਾਂ ਦਾ ਸੰਕਲਪ ਕਿਉਂ ਬਣਦਾ ਜਾਂਦਾ? ਮੈਂ ਐਮਪੀ ਸਿੰਘ ਜੀ, ਤੁਹਾਨੂੰ ਇਸ ਤੁਹਾਡੇ ਕੁਐਸਚਨ ਦੇ ਜਵਾਬ ਦੇਣ ਤੋਂ ਪਹਿਲਾਂ ਮੈਂ ਤੁਹਾਨੂੰ ਲੈ ਕੇ ਜਾਣਾ ਚਾਹੁੰਦਾ 1977, 78, 79, 80 ਦੇ ਦੌਰ 'ਚ। ਉਦੋਂ ਇੰਡੀਆ ਦਾ ਪ੍ਰਾਈਮ ਮਿਨਿਸਟਰ ਹੁੰਦਾ ਸੀ ਜੀ ਜਨਤਾ ਲੋਕ ਦਲ, ਉਦੋਂ ਹੁੰਦਾ ਸੀ, ਬੀਜੇਪੀ ਦੀ ਬਣੀ ਨਹੀਂ ਸੀ, ਚੌਧਰੀ ਚਰਨ ਸਿੰਘ। ਠੀਕ ਹੈ ਜੀ। ਉਹਨੇ ਇੱਕ ਵਾਰੀ ਔਨ ਰੈਕਰਡ ਕਿਹਾ ਸੀ ਕਿ ਜਿਸ ਦਿਨ ਦੇਸ਼ ਦੀਆਂ ਅਖਬਾਰਾਂ ਮੇਰੀ ਫੇਵਰ 'ਚ ਲਿਖਣਾ ਸ਼ੁਰੂ ਕਰ ਦੇਣਗੀਆਂ ਨਾ, ਉਸ ਦਿਨ ਮੈਂ ਪ੍ਰਾਈਮ ਮਿਨਿਸਟਰ ਦੇ ਅਹੁਦੇ ਵਾਸਤੇ ਇਨਕੈਪੇਬਲ ਹੋ ਜਾਵਾਂਗਾ, ਕਾਬਲ ਨਹੀਂ ਰਹੂੰਗਾ। ਠੀਕ ਹੈ ਜੀ। ਉਹਦਾ ਮਤਲਬ ਸੀ ਕਿ ਜਦੋਂ ਪ੍ਰੈਸ ਰੂਲਿੰਗ ਪਾਰਟੀ ਦੀ ਆਪੋਜੀਸ਼ਨ ਕਰਦੀਆਂ, ਕ੍ਰਿਟੀਸਾਈਜ਼ ਕਰਦੀਆਂ, ਗਲਤ ਨੂੰ ਗਲਤ ਕਹਿਣ ਦਾ ਕੈਪੈਸਿਟੀ ਰੱਖਦੀਆਂ ਨੇ, ਉਹ ਹੁੰਦਾ ਇੱਕ ਕਿਸਮ ਦਾ, ਤੁਸੀਂ ਕਹਿ ਲਓ ਕਿ ਰਾਮ ਰਾਜ ਕਹਿ ਸਕਦੇ ਤੁਸੀਂ ਉਹਨੂੰ। ਠੀਕ ਹੈ ਜੀ। ਆਪਣਾ ਇੱਕ ਇਹਦੇ 'ਚ ਆਉਂਦਾ ਹੈ ਕਿ ਯੂਟੋਪੀਅਨ, ਜਿਹਨੂੰ ਇੰਗਲਿਸ਼ 'ਚ ਯੂਟੋਪੀਅਨ ਵਰਡ ਕਹਿੰਦੇ, ਕਿ ਜਿਹਦੇ 'ਚ ਹਰ ਚੀਜ਼ ਅੱਛੀ ਹੈਗੀ ਹੈ। ਲੇਕਿਨ ਮੈਂ ਸਾਰੀ ਚੀਜ਼ ਨੂੰ ਸਕਿਪ ਕਰਕੇ ਹੁਣ ਪ੍ਰੈਜ਼ੈਂਟ 'ਤੇ ਆਉਣਾ ਚਾਹੁੰਦਾ ਕਿ ਇੰਨੀ ਸਿਚੁਏਸ਼ਨ ਕੰਪਲੀਕੇਟਡ ਹੋ ਗਈ ਹੈ ਨਾ ਕਿ ਆਮ ਬੰਦੇ ਦੇ ਮੁੱਦੇ 'ਤੇ ਕਿਤੇ ਗਵਾਚ ਗਏ ਨੇ। ਆਮ ਬੰਦਾ ਜਿਹੜਾ, ਠੀਕ ਹੈ ਜੀ, ਉਸ ਕੰਟਰੀ ਦੀ, ਚਲੋ ਅਸੀਂ ਗੱਲ ਕਰਦੇ ਹਾਂ ਬੈਕ ਇਨ ਇੰਡੀਆ, ਕਿ 95% ਜਿਹੜੇ ਬੰਦੇ ਆ ਉਹ ਹੈਂਡ ਟੂ ਮਾਊਥ ਹੈਗੇ। 90% ਕਹਿ ਰਹੇ, 5% ਬੰਦਿਆਂ ਕੋਲ 95% ਕੈਪੀਟਲ ਹੈ, ਤੇ 95% ਬੰਦਿਆਂ ਕੋਲ ਸਿਰਫ 5% ਕੈਪੀਟਲ ਹੈ। 95% ਦੀ ਕੋਈ ਗੱਲ ਨਹੀਂ ਕਰਦਾ। ਠੀਕ ਹੈ ਜੀ। ਹੁਣ ਦੇਖੋ ਜੀ, ਪ੍ਰੈਜ਼ੈਂਟ ਤੁਸੀਂ ਵੀ ਪੜ੍ਹਦੇ ਹੋ ਸੋਸ਼ਲ ਮੀਡੀਆ 'ਤੇ, ਤੁਸੀਂ ਪੜ੍ਹਦੇ ਹੋ, ਮੈਂ ਵੀ ਪੜ੍ਹਦਾ, ਕਿ ਹਰ ਚੀਜ਼ ਵਿਕੀ ਹੋਈ ਹੈ। ਠੀਕ ਹੈ ਜੀ। ਮੈਂ ਆਪਣੇ ਖਿਲਾਫ ਕੋਈ ਚੀਜ਼ ਮੈਂ ਬਰਦਾਸ਼ਤ ਨਹੀਂ ਕਰਦਾ। ਠੀਕ ਹੈ ਜੀ। ਜੇ ਕੋਈ ਮੇਰੇ ਬਾਰੇ, ਮੇਰੇ ਕਰੈਕਟਰ ਬਾਰੇ, ਮੇਰੀ ਪੋਲੀਟੀਕਲ ਐਕਟੀਵਿਟੀਜ਼ ਬਾਰੇ ਜਾਂ ਮੇਰੇ ਧੱਕਿਆਂ ਬਾਰੇ ਕੋਈ ਗੱਲ ਕਰਦਾ, ਮੇਰੇ ਦੋ ਪਰਪਸ ਹੁੰਦੇ ਆ, ਦੋ ਮਤਲਬ ਮੇਰੇ ਮੋਟਿਵ ਹੁੰਦੇ, ਜਾਂ ਤਾਂ ਇਸ ਚੀਜ਼ ਨੂੰ ਖਰੀਦਣਾ ਜਾਂ ਖਤਮ ਕਰ ਦਿਆਂ। ਠੀਕ ਹੈ ਜੀ। ਖਰੀਦਣ ਵਾਸਤੇ ਮੇਰੇ ਕੋਲ ਪੈਸਾ ਹੋਣਾ ਚਾਹੀਦਾ। ਪੈਸਾ ਜਿਹੜਾ ਉਹ ਇੰਨਾ ਕੁ ਇਕੱਠਾ ਕਰ ਲਿਆ ਹੈਗਾ ਪੋਲੀਟੀਕਲ ਪਾਰਟੀਜ਼ ਨੇ ਕਿ ਤੁਸੀਂ ਇਮੈਜਿਨ ਨਹੀਂ ਕਰ ਸਕਦੇ। ਸਾਡੀ ਜਿੱਥੇ ਸੋਚ ਖਤਮ ਹੁੰਦੀ ਹੈ, ਉਹਨਾਂ ਦੀ ਸੋਚ ਉੱਥੋਂ ਸਟਾਰਟ ਹੁੰਦੀ ਹੈ। 24, 26, 28 ਮੀਡੀਆ ਹਾਊਸਿਸ ਹੈ,
ਟੋਟਲ ਉਹਦੇ ਚੋਂ 22 23 24 ਜਿਹੜੇ ਲਿਖੇ ਹੋਏ ਆ ਲਗਾਤਾਰ ਬੋਲੀ ਬੋਲਦੇ ਆ ਠੀਕ ਹੈ ਜੀ ਕਿ ਆਹ ਚੀਜ਼ ਹੈ ਆਹ ਚੀਜ਼ ਹੈ ਮੇਨ ਮੁੱਦੇ ਜਿਹੜੇ ਆ ਉਹਨਾਂ ਵੱਲ ਕੋਈ ਨਹੀਂ ਠੀਕ ਹੈ ਜੀ ਮੈਂ ਰਿਪੀਟ ਨਹੀਂ ਕਰੂੰਗਾ ਕੀ ਹੋਇਆ ਬਟ ਹੁਣ ਪ੍ਰੈਜ਼ੈਂਟ ਦੇਖੋ ਮੈਂ ਸੋਚਿਆ ਸੀ ਕਿ ਇੱਕ ਬੰਦਾ ਜਿਹੜਾ ਆ ਉਹ ਕਿਸੇ ਇੱਕ ਸਪੈਸਿਫਿਕ ਪਾਰਟੀ ਬਾਰੇ ਲਗਾਤਾਰ ਬੋਲਦਾ ਹੈ ਕੰਟੀਨਿਊਸਲੀ ਬੋਲਦਾ ਹੈ ਠੀਕ ਹੈ ਜੀ ਔਰ ਉਹਨੂੰ ਕੋਈ ਅਰੈਸਟ ਕਰ ਲੈਂਦਾ ਹੈ ਜਿਸ ਪਾਰਟੀ ਬਾਰੇ ਉਹ ਬੋਲਦਾ ਪਿਆ ਸੀ ਉਹ ਪਾਰਟੀ ਅੱਗੇ ਆਉਂਦੀ ਕਹਿੰਦੀ ਪ੍ਰੈਸ ਦੀ ਆਜ਼ਾਦੀ ਤੇ ਅਟੈਕ ਹੋ ਗਿਆ ਜੀ ਚੌਥਾ ਥੰਮ ਜਿਹੜਾ ਉਹ ਕੋਲੈਪਸ ਹੋਣ ਵਾਲਾ ਠੀਕ ਹੈ ਜੀ ਦੇਸ਼ ਦਾ ਸਟਰਕਚਰ ਜਿਹੜਾ ਹਿਲ ਗਿਆ ਲੇਕਿਨ ਮੈਂ ਅਕਸਰ ਇਹ ਗੱਲ ਸੋਚਦਾ ਔਰ ਕਰਦਾ ਵੀ ਹੁੰਨਾ ਕਿ ਕੀ ਗੱਲ ਕੰਟਰੀ 'ਚ ਸਿਰਫ ਇੱਕ ਹੀ ਪ੍ਰੈਸ ਰਿਪੋਰਟਰ ਹੈਗਾ ਹੋਰ ਵੀ ਪ੍ਰੈਸ ਰਿਪੋਰਟਰ ਹੈਗੇ ਨੇ ਜਿਨ੍ਹਾਂ ਦੇ ਡੇਲੀ ਕਤਲ ਹੁੰਦੇ ਸਭ ਤੋਂ ਅਨਸੇਫ ਪਲੇਸ ਜਿਹੜੀ ਹੈ ਪ੍ਰੈਸ ਰਿਪੋਰਟਿੰਗ ਦੀ ਸਾਡੇ ਅਗਰ ਇੰਡੀਆ ਦੀ ਦੇਖੋ ਤੁਸੀਂ ਤੇ ਅਸੀਂ ਉਸ ਕੈਟਾਗਰੀ 'ਚ ਆ ਗਏ ਹਾਂ ਹੁਣ ਜਿਹਦੇ 'ਚ ਅਫਗਾਨਿਸਤਾਨ ਤੇ ਦੂਸਰੇ ਕੰਟਰੀ ਉਸ ਕੈਟਾਗਰੀ 'ਚ ਆ ਗਏ ਹਾਂ ਠੀਕ ਹੈ ਜੀ ਸੋ ਮੇਰਾ ਇਹ ਕੁਐਸਚਨ ਤੁਹਾਨੂੰ ਹੀ ਹੈ ਔਰ ਇੱਕ ਦਲੀਲ ਵੀ ਹੈ ਕਿ ਆਪਾਂ ਅਗਰ ਇਸ ਚੀਜ਼ ਨੂੰ ਡਿਸਕਸ ਕਰੀਏ ਕਿ ਆਪਾਂ ਜਾ ਕਿਹੜੇ ਪਾਸੇ ਰਹੇ ਹਾਂ ਅੱਜ ਜਿਹੜੀ ਪ੍ਰੈਸ ਹੈ ਜਾਂ ਜਿਹੜੀ ਰਿਪੋਰਟਿੰਗ ਹੈ ਜਾਂ ਮੀਡੀਆ ਹਾਊਸਿਸ ਹੈ ਜਾਂ ਦੇਸ਼ ਦਾ ਸਟਰਕਚਰ ਹੈ ਜਿਹੜਾ ਉਹ ਕਿੱਥੇ ਸਟੈਂਡ ਕਰੇਗਾ ਆਫਟਰ 4-5 ਇਅਰਸ ਤੇ ਮੇਰਾ ਤੇ ਦਿਮਾਗ ਕੰਮ ਕਰਨਾ ਬੰਦ ਕਰ ਦਿੰਦਾ ਪਰ ਮੇਰਾ ਕੁਐਸਚਨ ਇਹ ਸੀਗਾ ਜੀ ਪੋਲੀਟੀਕਲ ਇੰਟੋਲਰੈਂਸ ਕਿਉਂ ਹੈ ਪੋਲੀਟੀਕਲ ਇੰਟੋਲਰੈਂਸ ਦੀ ਤੁਸੀਂ ਗੱਲ ਕੀਤੀ ਹੈ ਪੋਲੀਟੀਕਲ ਇੰਟੋਲਰੈਂਸ ਇਸ ਕਰਕੇ ਹੈ ਕਿ ਇਨਸਾਨ ਜਿਹੜਾ ਨਾ ਇਨਸਾਨ ਜਿਹੜੇ ਪੋਲੀਟੀਕਲ ਫੀਲਡ 'ਚ ਇਨਸਾਨ ਬੈਠੇ ਨੇ ਉਹ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਤੁਹਾਨੂੰ ਜਾਂ ਤੇ ਉਹ ਆਪੋਜੀਸ਼ਨ ਸੁਣਨ ਨੂੰ ਤਿਆਰ ਨਹੀਂ ਹੈਗੇ ਬਿਲਕੁਲ ਵੀ ਉਹਨਾਂ ਦਾ ਇਹ ਹੁੰਦਾ ਹੈ ਕਿ ਅਗਲਾ ਬੰਦਾ ਸਾਡੇ ਸੋਲੇ ਗਾਈ ਜਾਏ ਸਾਨੂੰ ਐਪਰੀਸ਼ੀਏਟ ਕਰੀ ਜਾਏ ਸਾਡਾ ਵਾਹਵਾ ਕਰੀ ਜਾਏ ਲੇਕਿਨ ਸਾਡੇ ਖਿਲਾਫ ਕੋਈ ਨਾ ਬੋਲੇ ਅਗਰ ਬੋਲਦਾ ਹੈ ਉਹਨੂੰ ਜਾਂ ਤੇ ਖਤਮ ਹੋ ਜਾਣਾ ਚਾਹੀਦਾ ਜਾਂ ਉਹਨੂੰ ਸਾਡਾ ਫਰਜ਼ ਬਣਦਾ ਕਿ ਅਸੀਂ ਉਹਨੂੰ ਖਰੀਦ ਲਈਏ ਜਿਉਂਦੇ ਜੀ ਇਕੱਲੇ ਇੰਡੀਆ ਦੀ ਗੱਲ ਨਹੀਂ ਹੈ ਪੋਲੀਟੀਕਲ ਇੰਟੋਲਰੈਂਸ ਜਿਹੜੀ ਆ ਉਹ ਕੈਨੇਡਾ ਵਿੱਚ ਵੀ ਆ ਅਮਰੀਕਾ ਵਿੱਚ ਵੀ ਹੈ ਅਮਰੀਕਾ ਵਿੱਚ ਰੀਸੈਂਟਲੀ ਇਲੈਕਸ਼ਨ ਹੋਈ ਠੀਕ ਹੈ ਜੀ ਦੋ ਕੈਂਡੀਡੇਟ ਵੱਡੇ ਦੋਨੋਂ ਕੈਂਡੀਡੇਟ ਇਸ ਤਰੀਕੇ ਦੀ ਬਿਆਨਬਾਜ਼ੀ ਕਰ ਰਹੇ ਸੀਗੇ ਮੈਂ ਸੋਚਦਾ ਸੀ ਕਿ ਇੰਡੀਆ ਤਾਂ ਬਹੁਤ ਪਿੱਛੇ ਹੈ ਜਿੰਨੀ ਤਿੱਖੀ ਬਿਆਨਬਾਜ਼ੀ ਇਹ ਕਰ ਰਿਹਾ ਇੱਕ ਦੂਜੇ ਦੇ ਪੱਗ ਲਾਉਣ ਵਾਲੀ ਗੱਲ ਹਾਂ ਪਰਸਨਲ ਅਟੈਕ ਬਹੁਤ ਇੰਨੇ ਪਰਸਨਲ ਲੈਵਲ ਤੇ ਉਹ ਜਾ ਕੇ ਉਹਨਾਂ ਦੀਆਂ ਗੱਲਾਂ ਕਰਦੇ ਆ ਔਰ ਜਿਵੇਂ ਸਾਡੇ ਪੋਲੀਟੀਸ਼ੀਅਨ ਬੈਕ ਹੋਮ ਦੇ ਪੋਲੀਟੀਸ਼ੀਅਨ ਕਹਿੰਦੇ ਆ ਕਿ ਫਲਾਣੇ ਨੇ ਦੇਸ਼ ਦਾ ਬੇੜਾ ਕਰਤਾ ਫਲਾਣਾ ਦੇਸ਼ ਦਾ ਬੇੜਾ ਕਰ ਗਿਆ ਸੀ ਪਹਿਲਾਂ ਵੀ ਠੀਕ ਹੈ ਜੀ ਇਸੇ ਤਰੀਕੇ ਨਾਲ ਹੀ ਅਮਰੀਕਾ ਦੀ ਰਾਸ਼ਟਰਪਤੀ ਇਲੈਕਸ਼ਨ ਵਿੱਚ ਮਤਲਬ ਦੋਨਾਂ ਧਿਰਾਂ ਨੇ ਕੋਈ ਕਸਰ ਬਾਕੀ ਨਹੀਂ ਛੱਡੀ ਠੀਕ ਹੈ ਜੀ ਔਰ ਇਸ ਤਰੀਕੇ ਨਾਲ ਵੀ ਉਹਨਾਂ ਨੇ ਪੇਸ਼ ਆਏ ਕਿ ਜੋ ਮੈਂ ਕਹਿੰਦਾ ਉਹ ਪੱਥਰ ਤੇ ਲਕੀਰ ਹੈ ਦੂਜੀ ਦਲੀਲ ਹੈ ਹੀ ਨਹੀਂ ਉਹਦੇ ਮੁਕਾਬਲੇ 'ਚ ਕੋਈ ਦਲੀਲ ਨਹੀਂ ਸੁਣੀ ਜਾਊਗੀ ਤੇ ਇਸ ਤਰੀਕੇ ਦੀਆਂ ਲੋਕਾਂ ਨੂੰ ਥ੍ਰੈਟ ਲੋਕਾਂ ਨੂੰ ਧਮਕੀਆਂ ਸਿੱਧੇ ਸ਼ਰੇਆਮ ਇਸ ਤਰੀਕੇ ਦੀਆਂ ਚੱਲੀਆਂ ਬੈਕ ਹੋਮ ਦੀ ਗੱਲ ਅਸੀਂ ਕਰੀਏ ਨਾ ਜੀ ਬੈਕ ਹੋਮ ਵਿੱਚ ਤਾਂ ਪੋਲੀਟੀਕਲ ਧਿਰਾਂ ਨੂੰ ਤੁਸੀਂ ਕਹਿੰਦੇ ਸੀਗੇ ਪੋਲੀਟੀਕਲ ਪਾਰਟੀਆਂ 'ਚ ਬੈਠੇ ਇਨਸਾਨ ਮੈਂ ਤਾਂ ਲਫ਼ਜ਼ ਹੀ ਬਦਲਣਾ ਚਾਹੁੰਦਾ ਪੋਲੀਟੀਕਲ ਪਾਰਟੀਆਂ 'ਚ ਬੈਠੇ ਹੈਵਾਨ ਤੁਸੀਂ ਦੇਖੋ ਪਾਰਲੀਮੈਂਟ 'ਚ ਕਿੰਨੇ ਮੈਂਬਰ ਇਨਸਾਨੀ ਨਾਮ ਕੀ ਚੀਜ਼ ਨਹੀਂ ਇਸ ਪਾਰਲੀਮੈਂਟ 'ਚ ਗੁਪਤਾ ਜੀ ਕਿੰਨੇ ਲੋਕ ਹੈ 90% ਜਿਹੜੇ ਆ ਜਿਨ੍ਹਾਂ ਤੇ ਕ੍ਰਿਮੀਨਲ ਕੇਸ ਦਰਜ ਹੈਗੇ ਬਿਲਕੁਲ 90% ਬਦਬਖਤੀ ਹੈ ਹਿਊਜ਼ ਜਿਹੜੇ ਇਹ ਲੋਕ ਹੈ ਵੱਡੀ ਗਿਣਤੀ 'ਚ ਲੋਕ ਜਿਹੜੇ ਆ ਜਿਹੜੇ ਸਾਨੂੰ ਰਿਪਰੈਜ਼ੈਂਟ ਕਰਦੇ ਜਿਹੜੇ ਸਾਡੇ ਵਾਸਤੇ ਕਾਨੂੰਨ ਬਣਾਉਂਦੇ ਜਿਹੜੇ ਸਾਡੇ ਵਾਸਤੇ ਦੂਜਿਆਂ ਦੇਸ਼ਾਂ ਦੇ ਨਾਲ ਨੈਗੋਸ਼ੀਏਟ ਕਰਦੇ ਜਿਹੜੇ ਸਾਡੇ ਭਵਿੱਖ ਦਾ ਕਈ ਤਰ੍ਹਾਂ ਦੇ ਜਰਾਇਮ ਹੈ ਉਹ ਮੁਲਵਸ ਹੈ ਪਹਿਲੇ ਸੇ ਹਾਂ ਬਿਲਕੁਲ ਹਾਂ ਉਹ ਲੋਕ ਜਿਹੜੇ ਆ ਉਹਨਾਂ ਤੇ ਕ੍ਰਿਮੀਨਲ ਚਾਰजेस ਹੈਗੇ ਔਰ ਉਹਨਾਂ ਨੂੰ ਉਹ ਸਮਝਦੇ ਆ ਕਿ ਹੁਣ ਅਸੀਂ ਪਾਰਲੀਮੈਂਟ ਦੇ ਵਿੱਚ ਆ ਕੇ ਬੈਠ ਗਏ ਆ ਜਾਂ ਕਿਸੇ ਵਿਧਾਨ ਸਭਾ ਵਿੱਚ ਵੀ ਆ ਕੇ ਬੈਠ ਗਏ ਆ ਤੇ ਹੁਣ ਸਾਡਾ ਹੀ ਰਾਜ ਹੋਣਾ ਚਾਹੀਦਾ ਜੋ ਅਸੀਂ ਕਹਿਣਾ ਵਾ ਉਹੀ ਪੱਥਰ ਤੇ ਲਕੀਰ ਹੋਣੀ ਚਾਹੀਦੀ ਉਹਨੂੰ ਦੁਨੀਆ ਬਦਲ ਨਹੀਂ ਸਕਦੀ ਨਹੀਂ ਜਹਾਂ ਜਮਹੂਰੀਅਤ ਹੈ ਵਹਾਂ ਤਨਕੀਦ ਤਾਂ ਹੋਣੀ ਚਾਹੀਦੀ ਨਹੀਂ ਉਹ ਇੱਕ ਹੋਰ ਗੱਲ ਹੈ ਜੀ ਪਹਿਲਾਂ ਤਾਂ ਮੈਂ ਪੋਲੀਟੀਕਲ ਪਾਰਟੀਆਂ ਦੀ ਇਨਟੋਲਰੈਂਸ ਦੀ ਗੱਲ ਕਰਾਂ ਇਨਟੋਲਰੈਂਸ ਤੇ ਇਹ ਹੈਗੀ ਕਿ ਤੁਸੀਂ ਦੋਸ਼ੀ ਵੀ ਹੈਗੇ ਉਹ ਕ੍ਰਿਮੀਨਲ ਵੀ ਹੈਗੇ ਉਹ ਤੁਹਾਡੇ ਤੇ ਕੇਸ ਵੀ ਹੈਗੇ ਆ ਤੁਸੀਂ ਲੋਕਾਂ ਨਾਲ ਹਮਦਰਦੀ ਵੀ ਕੋਈ ਨਹੀਂ ਲੋਕਾਂ ਦੇ ਆਗੂ ਵੀ ਕੋਈ ਨਹੀਂ ਲੋਕਾਂ ਦੇ ਨੁਮਾਇੰਦੇ ਵੀ ਨਹੀਂ ਹੈਗੇ ਫਿਰ ਵੀ ਤੁਸੀਂ ਕਹਿੰਦੇ ਹੋ ਕਿ ਨਹੀਂ ਜੀ ਜੋ ਮੈਂ ਕਹਿੰਦਾ ਉਹੀ ਠੀਕ ਹੈ ਸੇਮ ਸਿਚੁਏਸ਼ਨ ਅਮਰੀਕਾ ਦੀ ਇਲੈਕਸ਼ਨ 'ਚ ਹੋਈ ਅਮਰੀਕਾ ਦੀ ਇਲੈਕਸ਼ਨ ਵਿੱਚ ਜਿਹੜਾ ਇਨਕੰਬੈਂਟ ਹੈ ਜਿਹੜਾ ਟਰੰਪ ਉਹ ਇਸ ਤਰੀਕੇ ਨਾਲ ਲੋਕਾਂ ਨੂੰ ਪੇਸ਼ ਆ ਰਿਹਾ ਸੀਗਾ ਵੀ ਕੋਈ ਮਾਸਕ ਲਾਉਣ ਦੀ ਲੋੜ ਨਹੀਂ ਮੈਂ ਚਾਈਨਾ ਨੂੰ ਇਹ ਕਰ ਦਾਂਗਾ ਮੈਂ ਫਲਾਣੇ ਨੂੰ ਇਹ ਕਰ ਦਾਂਗਾ
ਹੈ ਦੂਸਰੀ ਧਿਰ ਦੇ ਉੱਤੇ ਜਿਹੜਾ ਕੈਂਡੀਡੇਟ ਹੈਗਾ ਉਹਦੇ ਬਾਰੇ ਇਹ ਆ ਕਿ ਇਹਨੇ ਤਾਂ ਬੇੜਾ ਗਰਕ ਕਰ ਦੇਣਾ ਅਮਰੀਕਾ ਦਾ, ਇਹਨੇ ਤਾਂ ਅਮਰੀਕਾ ਨੂੰ ਤਬਾਹ ਕਰ ਦੇਣਾ। ਮਤਲਬ ਇਸ ਤਰੀਕੇ ਦੀ ਗੱਲ being very arrogant तो था ही वो तो। ਇਹ ਇਹਨਾਂ ਦੀ ਅਪਰੋਚ ਜਿਹੜੀ ਆ ਉਹ ਡੈਮੋਕ੍ਰੈਟਿਕ ਅਪਰੋਚ ਨਹੀਂ ਕਹੀ ਜਾ ਸਕਦੀ। even to his reaction towards the press also, press वाले को तो जिसने उसके अगेंस्ट कुछ सवाल किया उसको ਉਹਨੇ ਸਨੱਬ ਕੀਤਾ, ਉਹਨੇ ਬੇਇੱਜ਼ਤ ਕੀਤਾ। ਜਿਵੇਂ ਜੀ ਮੈਂ ਇੱਕ ਉਦਾਹਰਨ ਦੇਣੀ ਚਾਹੁੰਦਾ, ਛੋਟੀ ਜੀ ਇੱਕ ਉਦਾਹਰਨ ਸੀ ਜੀ, ਕਿਤੇ ਪੰਡਤ ਜਵਾਹਰ ਲਾਲ ਨਹਿਰੂ ਆਪਦੇ ਜ਼ਮਾਨੇ ਵਿੱਚ ਕਿਸੇ ਪੋਲੀਟੀਕਲ ਕਾਨਫਰੰਸ ਨੂੰ ਸੰਬੋਧਨ ਕਰਨ ਵਾਸਤੇ ਆਏ। ਐਟ ਦੈਟ ਟਾਈਮ ਹੀ ਵਾਜ਼ ਪ੍ਰਾਈਮ ਮਿਨਿਸਟਰ ਆਫ ਇੰਡੀਆ। ਜਦੋਂ ਉਹ ਸੰਬੋਧਨ ਕਰਨ ਵਾਸਤੇ ਆਏ ਤੇ ਉਹ ਇਲੈਕਸ਼ਨ ਕੰਪੇਨ ਚੱਲਦੀ ਪਈ ਸੀ, ਜਿਸ ਦੀ ਵੀ ਇਲੈਕਸ਼ਨ ਚੱਲਦੀ, ਜਿਹੜਾ ਕੈਂਡੀਡੇਟ ਸੀਗਾ ਉਸ ਕੈਂਡੀਡੇਟ ਬਾਰੇ ਲੋਕਾਂ ਦੇ ਵਿਚਾਰ ਇੰਨੇ ਚੰਗੇ ਨਹੀਂ ਸੀ, ਖਾਸ ਕਰਕੇ ਉਹਨਾਂ ਲੋਕਾਂ ਦੇ ਜਿਨ੍ਹਾਂ ਨੇ ਆਜ਼ਾਦੀ ਦੀ ਮੂਵਮੈਂਟ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ। ਉਹਨੂੰ ਪਤਾ ਸੀਗਾ ਕਿ ਆਜ਼ਾਦੀ ਦੀ ਲੜਾਈ ਲੜੀ ਕਿਵੇਂ ਗਈ ਹੈ, ਕਿੱਦਾਂ ਲੋਕਾਂ ਨੇ ਕੁਰਬਾਨੀਆਂ ਕੀਤੀਆਂ, ਤੇ ਇਹ ਬੰਦਾ ਜਿਹੜਾ ਵਾ ਉਹਨਾਂ ਦੇ ਪਾਸਕ ਵੀ ਹੈ ਨਹੀਂ, ਉਲਟਾ ਗੁਨਾਹਗਾਰ, ਕਿਸੇ ਲੈਵਲ ਤੇ ਗੁਨਾਹਗਾਰ। ਜਦੋਂ ਜਵਾਹਰ ਲਾਲ ਨਹਿਰੂ ਪੌੜੀਆਂ ਚੜ੍ਹਦੇ ਪਏ ਸੀ, ਉਦੋਂ ਸਟੇਜਾਂ ਉੱਚੀਆਂ ਲੱਗਦੀਆਂ ਹੁੰਦੀਆਂ ਸੀਗੀਆਂ, ਠੀਕ ਹੈ ਜੀ, ਹੁਣ ਵੀ ਲੱਗਦੀਆਂ, ਤੇ ਉਹ ਪੌੜੀਆਂ ਚੜ੍ਹਦੀਆਂ ਪਏ ਸੀ ਤੇ ਇੱਕ ਸੁਤੰਤਰਤਾ ਸੈਲਾਨੀ ਨੇ ਆਵਾਜ਼ ਦੇ ਕੇ ਗੱਲ ਕਹੀ, ਪੰਡਿਤ ਜਵਾਹਰ ਲਾਲ ਨਹਿਰੂ, ਤੂੰ ਜਿਸ ਬੰਦੇ ਦੀ ਸਪੋਰਟ ਵਿੱਚ ਇੱਥੇ ਆਇਆ ਵਾ, ਤੈਨੂੰ ਪਤਾ ਉਹ ਬੰਦਾ ਕੌਣ ਆ? ਉਹਦੇ ਚ ਲੋਕਾਂ ਵਿੱਚ ਉਹਦੇ ਬਾਰੇ ਕੀ ਇੰਪ੍ਰੈਸ਼ਨ ਆ? ਪੰਡਿਤ ਜਵਾਹਰ ਲਾਲ ਨਹਿਰੂ ਉੱਥੇ ਰੁਕ ਗਿਆ, ਰੁਕ ਕੇ ਉਹ ਵਾਪਸ ਆਇਆ। ਉਸ ਸੁਤੰਤਰਤਾ ਸੈਨਾਨੀ ਨੂੰ ਪੁੱਛਿਆ ਕਿ ਜੀ ਮੈਂ ਤੁਹਾਡੀ ਗੱਲ ਥੋੜੀ ਜਿਹੀ ਸੁਣੀ ਹੈ, ਮੈਨੂੰ ਥੋੜੀ ਜਿਹੀ ਜ਼ਿਆਦਾ ਦੱਸ ਸਕਦੇ, ਵਿਸਤਾਰ ਦੱਸ ਸਕਦੇ? ਇੱਕ ਅੱਧੇ ਮਿੰਟ ਵਿੱਚ ਉਹਨੇ ਦੱਸਤਾ ਕਿ ਇਹ ਬੰਦੇ ਦਾ ਕਰੈਕਟਰ ਰਿਹਾ ਵਾ ਜਿਹਨੂੰ ਤੁਸੀਂ ਟਿਕਟ ਦਿੱਤੀ ਹੋਈ ਹੈ ਤੇ ਅੱਜ ਜਿਹੜੇ ਸੋਹਲੇ ਗਾਉਣ ਵਾਸਤੇ ਤੂੰ ਆਪ ਆਇਆ ਖੁਦ। ਪੰਡਿਤ ਜਵਾਹਰ ਲਾਲ ਨਹਿਰੂ ਨੇ ਉਸ ਜ਼ਮਾਨੇ ਦੇ ਵਿੱਚ ਤਕਰੀਰ ਕਰਨ ਤੋਂ ਨਾ ਕਰਤੀ, ਉਸ ਬੰਦੇ ਦੀ ਕੰਪੇਨ ਵਿੱਚ ਤੇ ਹੱਕ 'ਚ ਬੋਲਣ ਤੋਂ ਨਾ ਕਰਤੀ ਔਰ ਵਾਪਸ ਚਲੇ ਗਏ। ਉਹ ਬੰਦਾ ਹਾਰ ਗਿਆ। ਇੱਕ ਹੋਰ ਉਦਾਹਰਨ, ਪੰਡਿਤ ਜਵਾਹਰ ਲਾਲ ਨਹਿਰੂ ਦੀ ਬੇਟੀ ਇੰਦਰਾ ਗਾਂਧੀ, ਉਹਨੇ ਆਪਦੀ ਮਰਜ਼ੀ ਨਾਲ ਵਿਆਹ ਕਰਾਇਆ ਸੀ, ਠੀਕ ਹੈ ਜੀ। ਉਹਦੇ ਬਾਰੇ ਜਦੋਂ ਵਿਆਹ ਨੇ ਇੱਕ ਪਾਰਸੀ ਨਾਲ ਕਰਵਾ ਲਿਆ ਤੇ ਇੱਕ ਵਿਅਕਤੀ, ਮੈਂ ਉਹਦਾ ਨਾਮ ਵੀ ਮੈਨੂੰ ਪਤਾ, ਮੈਂ ਪਰ ਦੱਸਣਾ ਨਹੀਂ ਚਾਹੁੰਦਾ ਇੱਥੇ, ਉਸ ਬੰਦੇ ਨੇ ਕਹਿਤਾ ਕਿ ਜੀ ਮੈਂ ਤੇ ਇਸ ਗੱਲ ਤੇ ਪੰਡਿਤ ਨਹਿਰੂ ਦੇ ਖਿਲਾਫ ਲੜਾਈ ਲੜੂੰਗਾ, ਇਲੈਕਸ਼ਨ ਲੜੂੰਗਾ ਕਿ ਪੰਡਿਤ ਜਵਾਹਰ ਲਾਲ ਨਹਿਰੂ ਜਿਹੜਾ ਵਾ ਉਹਦਾ ਕੀ ਕਰੈਕਟਰ ਆ, ਉਹਦੀ ਬੇਟੀ ਦਾ ਕੀ ਕਰੈਕਟਰ ਆ, ਤੇ ਉਹਨੇ ਇੱਕ ਹਿੰਦੂ ਹੁੰਦਿਆਂ ਹੋਇਆਂ ਇੱਕ ਪਾਰਸੀ ਨਾਲ ਵਿਆਹ ਕਰਵਾ ਲਿਆ, ਇੱਕ ਇਹਨੂੰ ਮੁੱਦਾ ਬਣਾ ਲਿਆ। ਜਵਾਹਰ ਲਾਲ ਨਹਿਰੂ ਨੇ ਇਹ ਕਿਹਾ ਕਿ ਜੀ ਤੁਸੀਂ ਮਹਾਨ ਹੋ, ਵਿਦਵਾਨ ਹੋ, ਮੈਂ ਤੁਹਾਡਾ ਸਤਿਕਾਰ ਕਰਦਾ, ਮੈਂ ਇਸ ਕੰਸਟੀਚੁਐਂਸੀ ਜਿੱਥੋਂ ਮੈਂ ਇਲੈਕਸ਼ਨ ਲੜਨ ਦੀ ਨੋਮੀਨੇਸ਼ਨ ਭਰੀ ਆ, ਮੈਂ ਇਸ ਤੇ ਪ੍ਰਚਾਰ ਕਰਨ ਆਉਂਗਾ ਹੀ ਨਹੀਂ। ਲੋਕਾਂ ਨੂੰ ਮੇਰੀ ਗੱਲ ਪਤਾ ਹੈਗੀ ਆ, ਮੇਰੇ ਬਾਰੇ ਪਤਾ ਹੈਗਾ, ਜੇ ਉਹ ਮੈਨੂੰ ਚਾਹਣਗੇ ਚੰਗੇ ਤੇ ਵੋਟਾਂ ਪਾ ਦੇਣਗੇ, ਨਹੀਂ ਤਾਂ ਤੁਹਾਨੂੰ ਪਾ ਦੇਣਗੇ। ਉਹ ਬੰਦਾ ਹਾਰ ਗਿਆ ਸੀ। ਪੰਡਿਤ ਜਵਾਹਰ ਲਾਲ ਨਹਿਰੂ ਇਹਦੇ ਬਾਵਜੂਦ ਜਿੱਤ ਗਏ। ਮਤਲਬ ਪੋਲੀਟੀਕਲ ਇਨਟੋਲਰੈਂਸ ਸ਼ੁਰੂ ਤੋਂ ਹੀ ਰਹੀ ਹੈ, ਬਟ ਔਰ ਪੋਲੀਟੀਕਲ ਲੋਕਾਂ ਨੇ ਕੁਝ ਲੋਕਾਂ ਨੇ ਆਪਣਾ ਰਸੂਖ ਵੀ ਬਣਾ ਕੇ ਰੱਖਿਆ। ਠੀਕ ਹੈ, ਮੈਂ ਤੁਹਾਨੂੰ ਦੱਸਦਾ ਕਿ ਮਾਰਨ ਤੱਕ ਜਿਹੜੀ ਗੱਲ ਹੈ ਨਾ, ਤੇ ਅਗਲੇ ਨੂੰ ਖਤਮ ਕਰ ਦਿਓ। ਔਰ ਜਦੋਂ ਇਹ ਚੀਜ਼ ਹਾਈਲਾਈਟ ਵੀ ਹੋ ਜਾਂਦੀ ਹੈ ਕਿ ਇਹ ਬੰਦਾ ਜਿਹੜਾ ਫਲਾਣਾ ਬੰਦਾ, ਇਹਨੇ ਇਸ ਚੀਜ਼ ਨੂੰ ਅਪੋਜ਼ ਕੀਤਾ ਸੀ ਔਰ ਇਹਨੂੰ ਐਲੀਮੀਨੇਟ ਇਸ ਬੰਦੇ ਨੇ ਕਰਵਾਇਆ ਸੀ, ਔਰ ਉਹ ਬੰਦਾ ਸ਼ਰੇਆਮ ਪਾਰਲੀਮੈਂਟ ਹਾਊਸ 'ਚ ਬੈਠਾ ਹੈ, ਉਹਨੂੰ ਕੋਈ ਸ਼ਰਮ ਨਹੀਂ, ਕੋਈ ਸੰਗ ਨਹੀਂ, ਕੋਈ ਉਹਨੂੰ ਸ਼ੇਮ ਨਹੀਂ, ਕੋਈ ਉਹਨੂੰ ਰਿਗਰੈਟ ਨਹੀਂ ਹੈ, ਤੇ ਫਿਰ ਥੋੜ੍ਹਾ ਜਿਹਾ ਆਮ ਬੰਦੇ ਦੇ ਦਿਮਾਗ 'ਚ ਆਉਂਦਾ ਹੈ ਵੀ ਇਹ ਸਿਸਟਮ ਜਾ ਕਿੱਧਰ ਨੂੰ ਰਿਹਾ ਹੈਗਾ। ਚਲੋ ਆਪਾਂ ਉਹਦੇ 'ਤੇ ਨਹੀਂ ਕਰਦੇ, ਪਰ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣਾ ਕਿ ਇੱਕ ਰਿਵਾਜ ਹੁੰਦਾ ਸੀ ਇੰਡੀਆ 'ਚ ਕਿ ਸਪੋਜ਼ ਕੋਈ ਰੇਲਵੇ ਮਿਨਿਸਟਰ ਹੈ, ਉਹਦੇ ਰਾਜ ਦੇ ਦੌਰਾਨ, ਉਹਦੀ ਮਿਨਿਸਟਰੀ ਦੇ ਦੌਰਾਨ ਕੋਈ ਐਕਸੀਡੈਂਟ ਹੋ ਗਿਆ, ਵੱਡਾ ਐਕਸੀਡੈਂਟ ਹੋ ਗਿਆ, ਹਾਲਾਂਕਿ ਇੱਕ ਮਿਨਿਸਟਰ ਜਿਹੜਾ ਰੇਲਵੇ ਮਿਨਿਸਟਰ ਹੈ ਦਿੱਲੀ 'ਚ ਬੈਠਾ ਹੈਗਾ, ਅੱਧੀ ਰਾਤ ਨੂੰ ਸੁੱਤਾ ਪਿਆ, ਇੱਕ ਟ੍ਰੇਨ ਜਾ ਰਹੀ ਹੈ ਦਿੱਲੀ ਤੋਂ ਮਦਰਾਸ ਜਾ ਰਹੀ ਹੈ, ਰਸਤੇ 'ਚ ਉਹ ਡਿਰੇਲ ਹੋ ਕੇ ਐਕਸੀਡੈਂਟ ਹੋ ਜਾਂਦਾ, ਕੁਝ ਬੰਦੇ ਮਰ ਜਾਂਦੇ, ਉਹਦਾ ਕੋਈ ਕੰਸਰਨ ਨਹੀਂ ਉਹਦੇ ਨਾਲ, ਉਹ ਰਿਸਪਾਂਸਿਬਿਲਿਟੀ ਲੈਂਦਾ ਹੈ, ਉਹ ਰਿਸਪਾਂਸਿਬਿਲਿਟੀ ਲੈਂਦਾ ਹੈ, ਸਵੇਰੇ ਉੱਠ ਕੇ ਰਿਜ਼ਾਈਨ ਕਰ ਦਿੰਦਾ। ਉਹਨੂੰ ਪੁੱਛਦੇ ਵੀ ਤੇਰਾ ਤਾਂ ਕੋਈ ਕਸੂਰ ਨਹੀਂ ਹੈ, ਕਹਿੰਦਾ ਨਹੀਂ, ਮੋਰਲ ਰਿਸਪਾਂਸਿਬਿਲਿਟੀ, ਮੇਰੀ ਮੋਰਲ ਰਿਸਪਾਂਸਿਬਿਲਿਟੀ ਹੈ। 1977 'ਚ ਪੰਜਾਬ 'ਚ ਇੱਕ ਮਿਨਿਸਟਰ ਹੋਇਆ ਦਲੀਪ ਸਿੰਘ, ਲੁਧਿਆਣੇ ਦੇ ਇਲਾਕੇ, ਠੀਕ ਹੈ ਜੀ। ਉਹ ਕੁਝ ਕੰਸਟਰਕਸ਼ਨ ਕਰ ਰਹੇ ਸੀ ਘਰੇ, ਮੇਰੇ ਖਿਆਲ ਸ਼ਾਇਦ ਮਾਲ ਮੰਤਰੀ ਸੀ ਉਸ ਟਾਈਮ ਤੇ ਵਾਈਫ ਕਹਿੰਦੀ ਕਿ ਤੁਸੀਂ ਮਿਨਿਸਟਰ ਹੋ, ਉਦੋਂ ਕੋਠੇ ਤੇ ਮਿਲਦਾ ਸੀ, 5 ਬੋਰੀਆਂ ਮਿਲਦੀਆਂ, ਤੇ
ਉਹਨਾਂ ਨੂੰ ਕਿਹਾ ਵੀ ਤੁਸੀਂ ਆਪਣਾ ਸਿਫਾਰਿਸ਼ ਪੱਕ ਦੇ 5 ਬੋਰੀਆਂ ਸੀਮੈਂਟ ਦੀਆਂ ਲਵਾ ਲਓ। ਕਹਿੰਦਾ ਨਹੀਂ ਮੈਂ ਸਿਫਾਰਿਸ਼ ਨਹੀਂ ਪਾਉਣੀ। ਠੀਕ ਹੈ ਜੀ, ਜੇ ਤੂੰ ਜਿਵੇਂ ਜਾਣਾ ਲੋਕੀ ਹੈਗਾ- ਨੇ ਤੁਸੀਂ ਲਾ ਲਓ ਇੱਥੇ। ਉਹ ਲੇਡੀ ਉਹਦੀ ਵਾਈਫ ਜਿਹੜੀ ਹੈ ਲਾਈਨ 'ਚ ਲੱਗੀ, ਉਹ ਡੀਸੀ ਦੇ ਕੋਲ ਗਈ ਐਸ ਟੀਮ, ਉਹਨੇ ਪੁੱਛਿਆ ਵੀ ਕੀ ਹੈਗਾ ਜੀ, ਕਿਸੇ ਨੇ ਪਛਾਣ ਲਿਆ, ਤੁਸੀਂ ਤੇ ਸੁਨਾਹ ਭੇਜ ਦਿੰਦੇ ਮੈਨੂੰ, ਮੈਂ ਘਰੇ ਪਹੁੰਚਾ ਘਰੇ ਟਰੱਕ ਪਹੁੰਚ ਜਾਂਦਾ। ਸਰਦਾਰ ਜੀ ਨਹੀਂ ਮੰਨੇ ਸਾਡੇ। ਠੀਕ ਹੈ ਜੀ, ਜਿਸ ਦਿਨ ਮਿਨਿਸਟਰੀ ਟੁੱਟੀ ਹੈ, ਮਿਨਿਸਟਰੀ ਟੁੱਟੀ ਹੈ ਨਾ ਜਿਸ ਦਿਨ, ਉਸ ਦਿਨ ਉਹ ਬੰਦੇ ਨੇ ਪਤਾ ਲੱਗਾ ਕਿ ਟਰੈਵਲ ਕਰ ਰਿਹਾ ਸੀ ਸਰਕਾਰੀ ਕਾਰ ਦੇ ਵਿੱਚ। ਠੀਕ ਹੈ ਜੀ, ਉਹਨੇ ਉਸੇ ਵੇਲੇ ਚਾਬੀਆਂ ਫੜਾਈਆਂ ਆਪਣੇ ਡਰਾਈਵਰ ਨੂੰ ਕਿ ਹੁਣ ਮੈਂ ਆਥੋਰਾਈਜ਼ ਨਹੀਂ ਹੈਗਾ ਇਸ ਕਾਰ ਵਾਸਤੇ, ਕਿਉਂਕਿ ਸਾਡੀ ਮਿਨਿਸਟਰੀ ਟੁੱਟ ਚੁੱਕੀ ਹੈ ਉੱਥੇ। ਸੋ ਇਹ ਕਰੈਕਟਰ ਹੁੰਦਾ ਸੀ, ਜਾਂ ਬੁਲੰਦ ਕਰੈਕਟਰ ਦੀ ਪਹਿਚਾਣ ਹੈ। ਬੁਲੰਦ ਹੁਣ ਤਾਂ ਇਹ ਹੈ ਕਿ ਤੁਸੀਂ ਮਿਨਿਸਟਰੀ ਟੁੱਟੇ ਦੀ ਗੱਲ ਛੱਡੋ ਜੀ, 10-10 ਸਾਲ ਬੰਗਲਾ ਨਹੀਂ ਛੱਡਦੇ। ਬੰਗਲਾ ਨਹੀਂ ਛੱਡਦੇ। ਠੀਕ ਹੈ ਜੀ, ਔਰ ਲੱਖਾਂ ਰੁਪਈਆ ਦੇ ਬਿੱਲ ਬਣ ਜਾਂਦੇ ਹੈਗੇ। ਹਾਂਜੀ, ਔਰ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਬਣੀ ਜਾ ਜਿੰਨਾ ਮਰਜ਼ੀ, ਭਾਵੇਂ 10 ਲੱਖ ਦੀ ਜਗ੍ਹਾ 10 ਕਿਹੜਾ ਕਰੋੜ ਸੀ ਬਣੇ, ਅਸੀਂ ਪੇ ਨਹੀਂ ਕਰਨਾ ਹੈਗਾ। ਠੀਕ ਹੈ ਜੀ, ਕਰੋੜਾਂ ਅਰਬਾਂ ਰੁਪਈਆਂ ਦੇ ਮਾਲਕ ਜਿਹੜੇ ਨੇ ਉਹ 5-5 ਲੱਖ 2.5 ਲੱਖ ਦੇ ਮੈਡੀਕਲ ਕਲੇਮ ਕਰਦੇ ਪਏ। ਠੀਕ ਹੈ ਜੀ, ਈਵਨ 10,000 ਦਾ ਕਲੇਮ ਜਿਹੜਾ ਇੱਕ ਮਿਨਿਸਟਰ ਵਾਸਤੇ ਕਿੰਨੀ ਵੱਡੀ ਗੱਲ ਹੈ, ਉਹ ਮਿਨਿਸਟਰ ਕਿਸੇ ਨੇ RTI ਪਾ ਕੇ। ਸੋ ਬਹੁਤ ਜ਼ਿਆਦਾ ਆਵਾ ਉੱਤਿਆ ਪਿਆ ਜੀ, ਔਰ ਮੈਂ ਤੇ ਇਹ ਸੋਚਦਾ ਹੁੰਦਾ ਕਿ ਇਹਦੇ ਠੀਕ ਹੋਣ ਦੇ ਚਾਂਸਸ ਵੀ ਕੋਈ ਨਹੀਂ ਹੈਗੇ। ਨਹੀਂ, ਹੁਣ ਪੋਲੀਟੀਕਲ ਇੰਟੋਲਰੈਂਸ ਦੀ ਗੱਲ ਹੈ, ਉਹਦੇ ਪੋਲੀਟੀਕਲ ਇੰਟੋਲਰੈਂਸ ਦੀ ਗੱਲ ਕਰੈਕਟਰ ਜਿਹੜਾ ਸੀਗਾ ਹੁਣ ਤੁਸੀਂ ਤੁਸੀਂ ਐਲੈਬੋਰੇਟ ਕਰ ਦਿੱਤਾ। ਪੋਲੀਟੀਕਲ ਇੰਟੋਲਰੈਂਸ ਦੀ ਤੁਸੀਂ ਗੱਲ ਕੀਤੀ ਜੀ ਕਿ ਅਮਰੀਕਾ 'ਚ ਹੁਣ ਜਿਹੜੀ ਪ੍ਰੈਜ਼ੀਡੈਂਸ਼ੀਅਲ ਡਿਬੇਟ ਹੋਈ ਹੈ ਬੜੇ ਨੀਵੇਂ ਲੈਵਲ ਦੀ ਹੋਈ ਹੈ। ਮੈਂ ਕਹਿੰਦਾ ਕਿ ਜਿਹੜਾ ਇਹ ਡਿਊਰਿੰਗ ਇਲੈਕਸ਼ਨ ਵੀ ਜਿਹੜੇ ਇਲੈਕਸ਼ਨ ਦੇ ਦੌਰਾਨ ਨਹੀਂ, ਔਰ ਇਲੈਕਸ਼ਨ ਤੋਂ ਬਾਅਦ ਦੇਖੋ, ਹਾਂਜੀ ਬਾਅਦ ਵਿੱਚ ਵੀ ਉਹ ਕੁਝ ਹੋ ਰਿਹਾ। ਇੱਕ ਤੁਹਾਨੂੰ ਪਤਾ ਹੈ ਇੱਕ ਮੂਵੀ ਚੱਲਦੀ ਹੁੰਦੀ ਸੀ, ਪੁਰਾਣੀਆਂ ਮੂਵੀਆਂ ਚੱਲਦੀਆਂ ਸੀ ਕਿ ਮੇਲੇ ਦੇ ਵਿੱਚ ਹਫੜਾ ਤਫੜੀ ਮੱਚ ਗਈ ਕਿ ਡਾਕੂ ਆ ਗਏ ਆ, ਕਿਸੇ ਨੇ ਖਿਡੌਣੇ ਰੱਖੇ ਆਪਣੇ ਵੇਚਣ ਵਾਸਤੇ, ਕਿਸੇ ਨੇ ਮਠਿਆਈ ਰੱਖੀ। ਉਹ ਸਭ ਤੋਂ ਪਹਿਲਾਂ ਆਪਣਾ ਸਮਝਦਾ ਕਿ ਮੇਰੀ ਮਠਿਆਈ ਨੂੰ ਨਾ ਨੁਕਸਾਨ ਹੋ ਜਾਏ, ਮੇਰੇ ਖਿਡੌਣੇ ਨਾ ਇਸ ਹਫੜਾ ਦਫੜੀ 'ਚ ਹੋ ਜਾਣ। ਸੇਮ ਚੀਜ਼ ਤੁਸੀਂ ਦੇਖਿਓ ਅਮਰੀਕਾ 'ਚ ਹੁਣ ਹੋਈ ਹੈ। ਵੱਡੇ ਵੱਡੇ ਹੋਟਲ ਜਿਹੜੇ ਨਾ ਉਹਨਾਂ ਨੇ ਪਲਾਈਵੁੱਡ ਲਵਾਤੀ, ਬੋਰਡ ਲਾਤੇ ਬਾਹਰ। ਕਿੱਡੀ With a fear, ਹਾਂ। ਕੋਈ ਕਹਿ ਸਕਦਾ ਹੈ ਕਿ ਇਹ ਉਸ ਕੰਟਰੀ ਦਾ ਹਾਲ ਹੈ। ਅਮਰੀਕਾ ਵਰਗੇ ਕੰਟਰੀ ਦੇ ਵਿੱਚ ਜਿੱਥੇ ਲੋਕ ਇਸ ਤਰੀਕੇ ਨਾਲ ਆਪਣੀ ਸੇਫਟੀ ਲਈ ਦੌੜ ਰਹੇ ਆ। ਹਾਂਜੀ, One can go that extent, ਹਾਂ। ਹਾਂਜੀ, ਮੈਂ ਕਹਿੰਦਾ ਅਗਰ ਜਿਮੀ ਕਾਰਟਰ ਵਰਗਾ ਪ੍ਰੈਜ਼ੀਡੈਂਟ ਹੁੰਦਾ, ਜਾਂ ਰੋਨਾਲਡ ਰੀਗਨ ਵਰਗਾ ਹੁੰਦਾ, ਬਿਲ ਕਲਿੰਟਨ ਵਰਗਾ ਹੁੰਦਾ, ਜਾਂ ਬਰਾਕ ਓਬਾਮਾ ਵਰਗਾ ਹੁੰਦਾ, ਚਲੋ ਇਹ ਐਥਿਕਸ ਤੇ, ਚਲੋ ਪੋਲੀਟੀਕਲ ਐਥਿਕਸ ਤੇ ਘਟਦੀ ਗਈ ਹੈ, ਜ਼ਰੂਰ ਦਿਲ ਤੇ ਸੱਟ ਖਾ ਕੇ ਕਹਿੰਦੇ ਕਿ ਜੇ ਇਹ ਅਮਰੀਕਾ ਦਾ ਹਾਲਤ ਹੈ ਨਾ ਤੇ ਅਸੀਂ ਪ੍ਰੈਜ਼ੀਡੈਂਟ ਬਣਦੇ ਨਹੀਂ ਹੈ। ਠੀਕ ਹੈ ਜੀ, ਇਹ ਚਲੋ ਇਹਦੇ ਨਾਲ ਗੱਲ ਜੋੜ ਕੇ ਹੁਣ ਮੈਂ ਗੁਪਤਾ ਜੀ ਤੁਹਾਨੂੰ ਪੁੱਛਣਾ ਚਾਹੁੰਦਾ, ਜਿਹੜੀ ਮੀਡੀਆ ਦਾ ਰੋਲ ਹੈ, ਪੋਲੀਟੀਕਲ ਪਾਰਟੀਆਂ ਦਾ ਰੋਲ ਤਾਂ ਜਵੰਦਾ ਹੀ ਨੇ ਦੱਸ ਦਿੱਤਾ, ਪੋਲੀਟੀਕਲ ਬੰਦਿਆਂ ਨੇ ਇੰਡੀਵਿਜੂਅਲ ਦੀ ਵੀ ਗੱਲ ਦੱਸਤੀ। ਉਹਨਾਂ ਨੇ ਇਸ਼ਾਰੇ 'ਚ ਇਹ ਵੀ ਗੱਲ ਦੱਸ ਦਿੱਤੀ ਕਿ ਇੱਕ ਬੰਦਾ ਜਿਹਦੇ ਤੇ ਇੱਕ ਜੱਜ ਨੂੰ ਕਿਡਨੈਪ ਕਰਕੇ ਮਾਰਨ ਦਾ ਕੇਸ ਹੈਗਾ, ਉਹ ਦੇਸ਼ ਦਾ ਸਭ ਤੋਂ ਵੱਡਾ ਮਿਨਿਸਟਰ ਹੈ। ਠੀਕ ਹੈ ਜੀ, ਔਰ ਪਾਵਰਫੁਲ ਮਿਨਿਸਟਰ। ਹੁਣ ਗੱਲ ਮੀਡੀਆ ਦੀ ਹੈ, ਮੀਡੀਆ ਦੇ ਲੋਕ ਕਿਹੜੀ ਮਜਬੂਰੀ ਇਹਨਾਂ ਦੀ ਹੈਗੀ ਆ। ਹਾਲਾਂਕਿ ਲੋਕਤੰਤਰ ਦਾ ਚੌਥਾ ਥੰਮ ਗਿਣਿਆ ਗਿਆ, ਮੰਨਿਆ ਗਿਆ, ਪੂਰੇ ਵਰਲਡ ਦੇ ਵਿੱਚ ਇਹ ਗੱਲ ਮਸ਼ਹੂਰ ਹੈ ਕਿ ਜਿਹੜੀ ਗੱਲ ਇਮਾਨਦਾਰੀ ਦੇ ਨਾਲ ਮੀਡੀਆ ਕਰਦਾ ਉਹਦਾ ਮੁਕਾਬਲਾ ਕੋਈ ਨਹੀਂ। ਠੀਕ ਹੈ ਜੀ, ਪਰ ਇਹਦੇ ਬਾਵਜੂਦ ਮੀਡੀਆ ਜਿਹੜਾ ਵਿੱਚ ਝੋਲੀ ਚੁੱਕ ਨਿਸ਼ਪਕਸ਼ ਹੈ ਨਹੀਂ ਹੈ ਨਹੀਂ, ਪਰ ਰੀਜ਼ਨ ਕੀ ਹੈ, क्यों नहीं? पॉलिटिकल उनकी टाई अप है पॉलिटिकल पार्टियों के साथ। नहीं फिर चौथा थंब किवें होया जी? वो थंब तो मैं नहीं मानता वो थंब है, वो है रियल सेंस तो है नहीं। ਰੀਅਲ ਸੈਂਸ ਵਿੱਚ ਹੈ ਨਹੀਂ। ਇਹ ਗੱਲ ਸਾਬਤ ਹੋਈ ਹੈ ਜੀ ਅਮਰੀਕਾ ਦੇ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦੇ ਦੌਰਾਨ। ਅਮਰੀਕਨ ਮੀਡੀਆ ਵੀ ਜਿਹੜਾ ਵਾ ਉਹ ਬਾਇਸ ਹੋ ਕੇ ਚੱਲਿਆ 100% ਐਗਰੀ ਔਰ ਉਹ ਸਾਰਾ ਕੁਝ ਸਾਹਮਣੇ ਹੈ, ਕੌਣ ਬੰਦਾ ਜਿੱਤ ਰਿਹਾ, ਕੌਣ ਬੰਦਾ ਹਾਰ ਰਿਹਾ, ਕਿਹਨੂੰ ਉਸਕੇ ਬਾਵਜੂਦ ਕਿਹਨੂੰ ਮਿਸ਼ੀਗਨ ਚ ਮੈਜੋਰਿਟੀ ਮਿਲੀ ਹੈ, ਕਿਹਨੂੰ ਵਾਸ਼ਿੰਗਟਨ ਚ ਮਿਲੀ ਹੈ। ਇਹਦੇ ਬਾਵਜੂਦ ਵੀ ਮੈਨੀਪੂਲੇਸ਼ਨ ਹੋ ਰਹੀ ਹੈ, ਮੈਨੀਪੂਲੇਸ਼ਨ ਬਤਾ ਰਹੇ ਹੋ ਮੀਡੀਆ। ਇਹਦੇ ਬਾਵਜੂਦ ਵੀ ਉਹ ਇਸ ਤਰੀਕੇ ਨਾਲ ਐਕਟ ਕਰ ਰਿਹਾ ਹੈਗਾ ਕਿ ਸਾਰੇ ਕੁਝ ਹੇਰਾਫੇਰੀ ਹੋਈ ਜਾਂਦੀ ਪਈ ਹੈ। ਹਾਂਜੀ, ਔਰ ਮੇਰਾ ਖਿਆਲ ਉਹ ਜਿਹੜੀ ਗੱਲ ਤੁਸੀਂ ਕਹੀ ਨਾ ਕਿ ਉਹਨਾਂ ਦੀ ਪੋਲੀਟੀਕਲ ਅਲਾਈਅੰਸ ਹੈ ਮੀਡੀਆ ਗਰੁੱਪਸ ਨਾਲ, ਪੋਲੀਟੀਕਲ ਅਲਾਈਅੰਸ ਹੈ। ਅਸਲ ਵਿੱਚ ਦੇਖੋ ਜੀ, ਕੁਝ ਜ਼ਮਾਨੇ ਦੇ ਵਿੱਚ ਮੈਂ ਇਹ ਕਹਿੰਦਾ ਹੁੰਦਾ ਸੀਗਾ ਕਿ ਧਰਮ ਨੂੰ ਰਾਜਨੀਤੀ ਦੀ ਲੋੜ ਹੈ ਤੇ ਰਾਜਨੀਤੀ ਨੂੰ ਧਰਮ ਦੀ ਲੋੜ ਹੈ। ਠੀਕ ਹੈ ਜੀ, ਦੋਨੋਂ ਇੱਕ ਦੂਜੇ ਦੇ ਪੂਰਕ ਹੈ। ਧਰਮ ਜਿਹੜਾ ਵਾ ਰਾਜਨੀਤੀ ਨੂੰ ਸ਼ੈਲਟਰ ਦਿੰਦਾ, ਰਾਜਨੀਤੀ ਧਰਮ ਨੂੰ ਸ਼ੈਲਟਰ ਦਿੰਦੀ ਹੈ। ਇਸ ਵੇਲੇ ਜਿਹੜੇ ਉਹ ਧਰਮ ਵਾਲਾ ਪਾਸਾ ਥੋੜਾ ਜਿਹਾ ਨਰਮ ਪਿਆ ਹੈਗਾ ਤੇ ਸ਼ੈਲਟਰ ਜਿਹੜੀ ਆ ਉਹ ਪੋਲੀਟੀਕਲੀ ਜਿਹੜਾ ਉਹ ਮੀਡੀਆ ਦੇ ਰਿਹਾ। ਮੀਡੀਆ ਇਹੋ ਜਿਹੀ ਤਸਵੀਰ ਲੋਕਾਂ ਨੂੰ ਬਣਾ ਕੇ ਰੱਖ ਦਿੰਦਾ, ਸਾਹਮਣੇ ਪੇਸ਼ ਕਰ ਦਿੰਦਾ ਕਿ ਉਹ ਪੋਲੀਟੀਕਲ ਬੰਦਾ ਭਾਵੇਂ ਦੀਵਾਨੀ ਦਾ ਨਾ ਹੋਵੇ, ਉਹਨੂੰ ਇਸ ਤਰੀਕੇ ਨਾਲ ਹਾਈਲਾਈਟ ਕਰਦੇ ਆ, ਇਸ ਤਰੀਕੇ ਨਾਲ ਹਾਈਲਾਈਟ ਕਰਦੇ, ਇਸ ਤਰੀਕੇ ਨਾਲ ਫੇਸ ਉਹਦੀ ਫੇਸ ਕਾਸਮੈਟਿਕ ਕਰਦੇ ਆ ਕਿ ਲੱਗਦਾ ਲੋਕਾਂ ਨੂੰ ਲੱਗਦਾ ਕਿ ਇਹਦੇ ਨਾਲ ਦਾ ਤਾਂ ਬੰਦਾ ਹੀ ਨਹੀਂ ਕੋਈ। ਬਿਲਕੁਲ ਇਹ ਇਸ ਤਰੀਕੇ ਦੀ ਜਿਹੜੀ ਚੱਲਦੀ ਹੈ। ਇਹਨੇ ਲੋਕਤੰਤਰ ਦਾ ਤਾਂ ਨੁਕਸਾਨ ਜਿਹੜਾ ਕਰਨਾ ਹੀ ਕਰਨਾ ਜੀ। ਉਹਦੇ ਬਾਰੇ ਕੋਈ ਮੈਂ ਬੜਾ ਚਿੰਤਾਤਰ ਵੀ ਹੈ ਨਹੀਂ,
ਮੈਨੂੰ ਚਿੰਤਾ ਹੈ ਕਿ ਇਹਨੇ ਸਿੱਧਾ ਲੋਕਾਂ ਦਾ ਕਰਨਾ। ਲੋਕਾਂ ਦਾ ਕਰਨਾ ਜੀ, ਲੋਕਾਂ ਦਾ। ਇਹਦੇ 'ਚ ਘੋਣ ਵਾਂਗੂ ਜਿਹੜਾ ਉਹ ਆਮ ਬੰਦਾ ਪਿਸੇਗਾ, ਉਹਦੀ ਹਾਲਤ ਹੋਰ ਖਰਾਬ ਹੋਏਗੀ। ਔਰ ਜਿਹੜਾ ਇੱਕ ਪੋਲੀਟਿਕਸ ਜਿਹੜਾ ਇੱਕ ਪ੍ਰੋਫੈਸ਼ਨ ਬਣ ਚੁੱਕਾ ਸੀ ਨਾ, ਜਿਹੜਾ ਪਹਿਲਾਂ ਸਾਨੂੰ ਇਹ ਇਮੈਜਿਨਰੀ ਦੀ ਚੀਜ਼ ਲੱਗਦੀ ਹੁੰਦੀ ਸੀ ਕਿ ਕੋਈ ਵੈਸੇ ਕਹਿੰਦੇ ਆ ਪੋਲੀਟਿਕਸ ਬੜੀ ਵਧੀਆ ਚੀਜ਼ ਹੈ, ਵਧੀਆ ਪੋਲੀਟੀਸ਼ੀਅਨਸ ਹੈਗੇ ਨੇ, ਪਰ ਹੁਣ ਇਹ ਪ੍ਰੋਪਰ ਆਥੋਰਾਈਜ਼ ਤਰੀਕੇ ਨਾਲ ਲੋਕ ਕਹਿੰਦੇ ਆ ਕਿ ਇਹ ਇੱਕ ਇਨਵੈਸਟਮੈਂਟ ਹੈਗੀ ਹੈ। ਅਗਰ ਅਸੀਂ 5 ਕਰੋੜ ਜਾਂ 10 ਕਰੋੜ ਇੱਕ ਇਲੈਕਸ਼ਨ ਤੇ ਲਾਉਂਦੇ ਆ ਨਾ, ਕੋਈ ਕੈਂਡੀਡੇਟ ਲਾਉਂਦਾ ਹੈਗਾ, ਤੇ ਉਹਨੇ ਮੁੜ ਕੇ 20-25 ਕਰੋੜ 30 ਕਰੋੜ ਕਮਾਉਣਾ ਵੀ ਹੈ। ਬਿਲਕੁਲ ਉਹ 10 ਕਰੋੜ ਦੀ ਇਨਵੈਸਟਮੈਂਟ ਕਰਕੇ ਅਗਰ 25-30 ਕਰੋੜ ਦੀ ਰਿਟਰਨ ਕੋਈ ਇਕੱਠਾ ਕਰਦਾ ਹੈ, ਤੇ 20 ਕਰੋੜ ਦੀ ਰਿਟਰਨ ਜਿਹੜੀ ਕਿੱਥੋਂ ਆਏਗੀ? ਉਹਨੂੰ ਮਾਈਨਿੰਗ ਕੰਟਰੋਲ ਕਰਨੀ ਪੈਣੀ ਹੈ, ਉਹਨੂੰ ਟਰਾਂਸਪੋਰਟੇਸ਼ਨ ਪਾਲਿਸੀ ਜਿਹੜੀ ਉਹ ਕੰਟਰੋਲ ਕਰਨੀ ਪੈਣੀ ਹੈ, ਉਹਨੂੰ ਮੀਡੀਆ ਵੀ ਕੰਟਰੋਲ ਕਰਨਾ ਪੈਣਾ ਕਿ ਮੇਰੇ ਜਿਹੜੇ ਪੁੱਠੇ ਕੰਮ ਹੈ ਉਹ ਹਾਈਲਾਈਟ ਨਾ ਹੋ ਸਕੇ। ਇਹਦੇ ਸਾਰੇ ਵਾਸਤੇ ਪੈਸੇ ਦੀ ਲੋੜ ਹੈ, ਔਰ ਪੈਸਾ ਜਿਹੜਾ ਹੈਗਾ ਕਿਸੇ ਨਾ ਕਿਸੇ ਸੋਰਸ ਤੋਂ ਆਉਣਾ ਹੈਗਾ। ਸੋ ਇੱਕ ਐਸਾ ਸਰਕਲ ਚੱਲਿਆ ਹੋਇਆ ਜਿਹਦੇ 'ਚ ਜਿੱਥੇ ਦਾ ਲੱਗਦਾ ਹੈਗਾ ਉਹ ਆਪਣਾ ਅੱਜ ਜਿੱਤ ਗਿਆ, ਔਰ ਅਗਲੇ 5 ਸਾਲ ਦੀ ਪਲੈਨਿੰਗ ਸ਼ੁਰੂ ਤੋਂ ਹੀ ਕਰਦਾ। ਔਰ ਇੱਕ ਸਿਸਟਮ ਵੀ ਕਰਪਟ ਹੈ। ਇੱਕ ਹੋਰ ਵੀ ਬੜਾ ਇੱਕ ਨਾ ਲਾਈਕ ਫਰੈਂਡਲੀ ਮੈਚ ਜਿਹਨੂੰ ਕਹਿੰਦੇ ਆ, ਫਰੈਂਡਲੀ ਮੈਚ, ਹਾਂਜੀ ਫਰੈਂਡਲੀ ਮੈਚ ਹੁੰਦਾ ਨਾ ਕਿ ਚੱਲ ਇੱਕ ਵਾਰੀ ਮੈਂ ਤੈਨੂੰ ਰਲ ਮਿਲ ਕੇ ਬੋਲਿੰਗ ਕਰਵਾ ਦੇਣਾ, ਅਗਲੀ ਵਾਰੀ ਤੂੰ ਮੈਨੂੰ ਬੋਲਿੰਗ ਕਰਵਾ ਦੀ, ਠੀਕ ਹੈ ਜੀ। ਉਹਨਾਂ ਨੂੰ ਪਤਾ ਕਿ 5 ਸਾਲ ਪੁੱਠੇ ਕੰਮ ਕੀਤੇ ਆ, ਅਗਲੀ ਵਾਰੀ ਆਹ ਬੰਦਾ ਆ ਜਾਏ, ਤੀਸਰਾ ਬੰਦਾ ਨਾ ਆਏ ਵਿੱਚ, ਕਿਉਂਕਿ ਇਹ ਫਿਰ ਸਾਨੂੰ ਵਾਰੀ ਦੇਗਾ ਬਾਅਦ 'ਚ, ਠੀਕ ਹੈ ਜੀ। ਇਸ ਕਰਕੇ ਟੂ ਐਂਡ ਫਰੋ ਚੱਲਦਾ ਪਿਆ, ਔਰ ਜਿਹਦੇ 'ਚ ਜਿਹੜੀ ਮਰਜ਼ੀ ਪਾਲਿਸੀ ਵਰਕੇਬਲ ਹੈ ਉਹ ਇੰਪੋਜ਼ ਕੀਤੀ ਜਾ ਰਹੀ ਹੈ। ਗੁਪਤਾ ਜੀ, ਜਾਂਦੇ ਮੈਂ ਤੁਹਾਡੇ ਕੋਲ ਇਹ ਪੁੱਛਣਾ ਚਾਹੁੰਦਾ, ਤੁਸੀਂ ਪੱਤਰਕਾਰੀ ਕਰਦੇ ਰਹੇ ਹੋ ਬੈਕ ਹੋਮ, ਠੀਕ ਹੈ ਜੀ, ਤੁਹਾਡਾ ਕਿੱਤਾ ਸੀ, ਪ੍ਰੋਫੈਸ਼ਨ ਸੀ, ਤੁਹਾਡੀ ਸਟੱਡੀ ਵੀ ਇਸ ਤਰੀਕੇ ਦੀ ਸੀ। ਇੱਕ ਬੀਇੰਗ ਪੱਤਰਕਾਰ ਕੀ ਰਿਸਪੌਂਸਿਬਿਲਿਟੀਜ਼ ਹੈ ਤੁਹਾਡੀ? साफ को तो होना चाहिए, डजंट मैटर हाउ, कैसे भी सर्कमस्टांसेस हो, जो सच्चाई है उस पर कायम रहना चाहिए। ਸੱਚਾਈ ਤੇ ਕਾਇਮ ਰਹਿਣਾ ਚਾਹੀਦਾ ਜੀ, ਮੈਂ ਇਸ ਗੱਲ ਦੇ ਹੱਕ 'ਚ ਹਾਂ। ਸੱਚਾਈ ਤੇ ਪਹਿਰਾ ਦੇਣ ਦੀ ਕੋਸ਼ਿਸ਼ ਕਰਨੀ ਚਾਹੀਦੀ ਆ। ਹਾਲਾਤ ਸੱਚ ਨੂੰ ਸੱਚ, हाँ ਤੁਹਾਡੇ ਸਾਹਮਣੇ ਅਗਰ ਇੱਕ ਮਰਡਰ ਹੋ ਰਿਹਾ ਔਰ ਤੁਸੀਂ ਕਿਸੇ ਇਨੈਗੂਰੇਸ਼ਨ ਪਾਰਟੀ ਤੇ ਜਾ ਰਹੇ ਹੋ, ਤੁਹਾਡੀ ਕੀ ਪ੍ਰੈਫਰੈਂਸ ਹੋਣੀ ਚਾਹੀਦੀ ਹੈ? ਜਿਹੜਾ ਇੱਕ ਬੰਦੇ ਨਾਲ ਧੱਕਾ ਹੋ ਰਿਹਾ ਜਾਂ ਇੱਕ ਐਕਸੈਸ ਹੋ ਰਿਹਾ, ਉਹਦੀ ਰਿਪੋਰਟ, ਉਹਦੀ ਕਵਰੇਜ ਬਿਲਕੁਲ ਉੱਥੇ ਜਾ ਕੇ ਜਿੱਥੇ ਸਮੋਸੇ ਤੇ ਕਚੋਰੀਆਂ ਤੇ ਹੋਰ ਚੀਜ਼ਾਂ ਤੁਹਾਨੂੰ ਉਹ ਤਾਂ ਫੇਰ ਹੀ ਮਿਲ ਜਾਣਗੀਆਂ ਜੀ, ਉਹ ਤਾਂ ਚੱਲਦਾ ਰਹਿੰਦਾ। ਬੀਇੰਗ ਏ ਪੱਤਰਕਾਰ, नाइंसाफी जहाँ हो रही है, नाइंसाफी हो रही है, उसके साथ खड़ा होना बिल्कुल ਠੀਕ ਹੈ ਜੀ। ਔਰ ਰਿਪੋਰਟਿੰਗ ਕਰਦੇ ਵੇਲੇ ਇਹ ਨਾ ਸੋਚਿਆ ਜਾਏ ਕਿ ਇਹ ਬੰਦੇ ਨੇ ਮੈਨੂੰ ਜਿਹੜਾ ਧੱਕਾ ਕਰ ਰਿਹਾ, ਮੈਨੂੰ ਸਮੋਸੇ ਖਵਾਏ, ਕਿਸੇ ਵੇਲੇ ਮੈਨੂੰ ਕੁਝ ਖਵਾਇਆ ਹੈਗਾ, ਮੈਨੂੰ ਫੇਵਰ ਕੀਤੀ, ਮੈਂ ਇਹਨੂੰ ਇਗਨੋਰ ਕਰਨਾ। ਮੀਡੀਆ ਚਾਹੇ ਇੰਡੀਆ ਦਾ ਜੀ, ਚਾਹੇ ਅਮਰੀਕਾ ਦਾ, ਚਾਹੇ ਕੈਨੇਡਾ ਦਾ, ਸਾਰੇ ਮੀਡੀਆ ਦੀ ਇਕੁਅਲ ਰਿਸਪੌਂਸਿਬਿਲਿਟੀ ਹੈ ਟੁਵਰਡਸ ਪਬਲਿਕ, ਟੁਵਰਡਸ ਪੀਪਲ। ਜੇ ਪਬਲਿਕ ਦੀ ਅਸੀਂ ਗੱਲ ਨਹੀਂ ਕਰਾਂਗੇ, ਪਬਲਿਕ ਦਾ ਮੀਡੀਆ ਨਹੀਂ ਸੋਚੇਗਾ, ਤੇ ਵੱਡਿਆਂ ਲੋਕਾਂ ਨੂੰ ਸੋਚਣ ਵਾਲੇ, ਵੱਡਿਆਂ ਲੋਕਾਂ ਨੂੰ ਹਾਈਲਾਈਟ ਕਰਨ ਵਾਲੇ, ਉਹਨਾਂ ਨੂੰ ਕਾਸਮੈਟਿਕ ਕਰਨ ਵਾਲੇ, ਉਹਨਾਂ ਦਾ ਚਿਹਰਾ ਬਹੁਤ ਦੁਨੀਆ ਹੋਰ ਪਈ ਹੈ, ਉਹਨਾਂ ਨੂੰ ਬਹੁਤ ਮੌਕੇ ਮਿਲਣਗੇ, ਬਹੁਤ ਚਾਂਸ ਮਿਲਣਗੇ, ਪਰ ਆਮ ਲੋਕਾਂ ਦੀ ਗੱਲ ਕਰਨ ਦਾ ਮੌਕਾ ਕਦੀ ਤੇ ਕਿਸੇ ਨੂੰ ਮਿਲਦਾ। ਗੁਪਤਾ ਜੀ, ਤੁਹਾਡੀ ਬੜੀ ਮਿਹਰਬਾਨੀ, ਤੁਸੀਂ ਆਪਣੇ ਐਕਸਪੀਰੀਅੰਸ ਤੋਂ ਜੁੰਦਾ ਜੀ, ਤੁਸੀਂ ਵੀ ਆਪਣੇ ਤਜਰਬਿਆਂ ਤੋਂ ਇਹ ਗੱਲਾਂ ਜਿਹੜੀਆਂ ਡਿਸਕਸ ਕੀਤੀਆਂ ਹੈਗੀਆਂ। ਉਮੀਦ ਹੈ ਸਾਡੇ ਦਰਸ਼ਕਾਂ ਨੂੰ ਸਾਡਾ ਪ੍ਰੋਗਰਾਮ ਜਿਹੜਾ ਪਸੰਦ ਆਇਆ ਹੋਏਗਾ। ਤੁਸੀਂ ਆਪਣੀ ਫੀਡਬੈਕ ਜ਼ਰੂਰ ਸਾਨੂੰ ਦੇਣਾ। ਥੈਂਕ ਯੂ ਵੈਰੀ ਮਚ। ਥੈਂਕ ਯੂ ਵੈਰੀ ਮਚ।